सतगुरां दी साजी निवाजी गुरु रूप प्यारी साध संगत जी, आप जी सारियां संगतां बड़े आदर सत्कार दे नाल गुरु दरबार विच पहुँच के नितनेम सतसंगत करदे हां। जिंदगी दे विच जिन्ने भी गुनाह इस जिंदगी ने कीते ने, कुछ गुनाहां दा ये जिंदगी नूं पता है अते कुछ गुनाह इस जिंदगी ने कीते जरूर ने, पर इस नूं इन्नी समझ नहीं आई कि ये गुनाह मैं कीते होए ने। कुछ गुनाह चेते हैं, कुछ गुनाह ऐसे ने जिहड़े मनुख दे चेते शक्ति दे विच नहीं है, क्योंकि तकरीबन जो भी मनुख काम करदा है, 2-4 दिन पहले कीता काम चेते है, 2 साल पहला किहड़ी जगह ते गए, कित्थे बैठे, की गल्लां कीतियां, मनुख दे सब कुछ है जिहड़ा वो चित्त दे विच नहीं आउंदा, समझ दे विच नहीं आउंदा। जो गुनाह जिंदगी दे चेते विच ने अते जो गुनाह मनुख दे चेते शक्ति दे विच नहीं है, इन्हां सारे दी गुनाहां नूं बख्शाउण वास्ते परमात्मा दे चरनां विच जुड़ बैठदे हां कि परमात्मा जो साडी समझ दे विच है उन्हां भी अते जिहड़े साडी समझ दे विच नहीं उन्हां सारे दे सारे गुनाहां नूं बख्श दे। क्योंकि मनुख की जिहड़ी समझ है ये कोई ज़्यादा बहुती वड्डी लंबी नहीं है। धृतराष्ट्र ने संजय भगवान नूं पुछया सी, ऐ मेरे भगवान, मेरे घर दे विच 100 पुत्र ने जन्म लेता, इतने मेरे पुत्र ते सारे दे सारे मेरे वो पुत्र सी जिहड़े जंग विच चढ़ाई कर गए। मैं जन्म तो अखां तो अंधा पैदा होया, मेरे भगवान जी मैनू किरपा करके दसो कि मैं जन्म तो अंधा क्यों हाँ अते मेरा जिहड़े इन्ने पुत्र सी ये सारे दे सारे जंग विच क्यों चढ़ाई कर गए। हुण ये बड़ी वड्डी गल सी। नाल ही वो कहन लग्या, कहंदे मेरे भगवान मैं इंडी समझ रखदा है कि मैं अपने पिछले 100 जन्म दे विच नज़र भी मार के देख लई है, मैं कोई बहुता वड्डा गुनाह नहीं कीता। धृतराष्ट्र कहंदा मैं 100 जन्म दे विच अपने पिछे भी नज़र मार के देख लई है। क्या कमाल है। इस समाज दे विच किड्डियां किड्डियां रूहां हो के चलियां गईयां ने। 100 जन्म दे विच पिछे भी नज़र मार ली, मैं कोई गुनाह ते कीता नहीं। फिर मैं जन्म तो अंधा क्यों पैदा होया है
ਮੇਰਾ 100 ਪੁੱਤਰ ਜੰਗ ਵਿੱਚ ਕਿਉਂ ਚੜ੍ਹਾਈ ਕਰ ਗਿਆ, ਮੈਂ ਹਜੇ ਜਿਉਂਦਾ ਬੈਠਾ। ਸੰਜੇ ਭਗਵਾਨ ਕਹਿਣ ਲੱਗੇ ਧ੍ਰਿਤਰਾਸ਼ਟਰ, ਤੂੰ ਕਹਿੰਦੇ ਆਪਣੇ 100 ਜਨਮ ਤੇ ਨਜ਼ਰ ਮਾਰ ਲਈ ਹੈ, ਪਰ 100 ਜਨਮ ਤੋਂ ਅਗਾਹਾਂ ਹੋਰ ਚੱਲ। ਉਹ ਕਹਿਣ ਲੱਗਿਆ ਮੇਰੇ ਭਗਵਾਨ ਜੀ 100 ਜਨਮ ਤੋਂ ਅਗਾਹਾਂ ਤੇ ਹੁਣ ਮੈਂ ਨਜ਼ਰ ਨਹੀਂ ਮਾਰ ਸਕਦਾ, ਐਡੀ ਮੇਰੀ ਸਮਝ ਨਹੀਂ ਹੈ। ਭਗਵਾਨ ਕਹਿਣ ਲੱਗੇ 106ਵੇਂ ਜਨਮ ਦੇ ਵਿੱਚ ਨਜ਼ਰ ਮਾਰੀ, ਉਹਦੇ ਵਿੱਚ ਤੋਂ ਗੁਨਾਹ ਕੀਤਾ ਸੀ। ਕਹਿੰਦੇ ਭਗਵਾਨ ਮੈਨੂੰ ਕਿਰਪਾ ਕਰਕੇ ਦੱਸੋ ਕੀ ਗੁਨਾਹ ਕੀਤਾ ਸੀ। ਕਹਿੰਦੇ ਅੱਕ ਦੇ ਉੱਪਰੋਂ ਬਚਪਨ 'ਚ ਹੁੰਦਿਆਂ ਅੱਕ ਦੇ ਉੱਪਰੋਂ ਟਿੱਡੇ ਨੂੰ ਪਕੜ ਕੇ 16 ਮਾਰ ਕੇ ਉਹਦੀਆਂ ਦੋਨੇ ਅੱਖਾਂ ਤੋਂ ਖਤਮ ਕਰ ਦਿੱਤੀਆਂ ਸੀ। ਉਹ ਵਿਚਾਰਾ ਅੰਧਾ ਹੋ ਕੇ ਉਹਨੇ ਆਪਣਾ ਜੀਵਨ ਬਤੀਤ ਕੀਤਾ। 106ਵੇਂ ਜਨਮ ਦੇ ਵਿੱਚ ਜੋ ਤੂੰ ਪਿਛਾਂ ਕਰਕੇ ਆਇਆ ਉਹਦੀ ਸਜ਼ਾ ਤੈਨੂੰ ਅੱਜ ਮਿਲੀ ਹੈ, ਤੂੰ ਅੰਧਾ ਪੈਦਾ ਹੋਇਆ। ਪੁੱਤਰ ਕਿਵੇਂ ਚੜ੍ਹਾਈ ਕਰ ਗਏ? ਉਸੇ ਜਨਮ ਦੇ ਵਿੱਚ ਕਹਿੰਦੇ ਤੇਰੇ ਘਰ ਦੇ ਵਿੱਚ ਹੰਸ ਤੇ ਹੰਸਣੀ ਨੇ ਆਪਣਾ ਘਰ ਬਣਾਇਆ ਹੋਇਆ ਸੀ। ਪੁਰਾਣੇ ਜ਼ਮਾਨੇ ਘਰਾਂ ਦੇ ਵਿੱਚ ਜਿੱਥੇ ਮਨੁੱਖ ਰਹਿੰਦੇ ਸੀ ਉਸੇ ਜਗ੍ਹਾ ਤੇ ਪੰਛੀ ਵੀ ਰਹਿੰਦੇ ਸੀ। ਜਿਹੜੀ ਛੱਤ ਥੱਲੇ ਮਨੁੱਖ ਪੈਂਦਾ ਸੀ ਉਸੇ ਛੱਤ ਥੱਲੇ ਸੀ ਜਿਹੜੇ ਪੰਛੀ ਰਹਿੰਦੇ ਹੁੰਦੇ ਸੀ। ਗਜਬ ਦੀ ਗੱਲ ਹੈ। ਇਹ ਤੇ ਹਜੇ ਥੋੜ੍ਹਾ ਹੀ ਜ਼ਮਾਨਾ ਹੋਇਆ, ਘਰ ਮਕਾਨ ਤੇ ਹੁਣ ਪੱਕੇ ਹੋਏ ਨੇ। ਹਜੇ ਤੱਕ ਵੀ ਰਾਜਸਥਾਨ ਦੇ ਵਿੱਚ ਬਹੁਤੇ ਘਰ ਹੈਗੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਚਿੜੀਆਂ ਅੰਦਰ ਆਲ੍ਹਣੇ ਪਾ ਕੇ ਰੱਖਦੀਆਂ ਨੇ, ਉੱਥੇ ਪਰਿਵਾਰਕ ਮੈਂਬਰ ਰਹਿੰਦੇ ਨੇ। ਉੱਥੇ ਚਿੜੀਆਂ ਦੇ ਆਲ੍ਹਣੇ ਨੇ, ਉਹਨਾਂ ਦਾ ਰਹਿਣ ਬਸੇਰਾ, ਉਹਨਾਂ ਦੇ ਬੱਚਿਆਂ ਦੀ ਪਾਲਣ ਪੋਸ਼ਣਾ ਹੋ ਰਹੀ ਹੈ, ਉੱਥੇ ਹੀ ਪਰਿਵਾਰ ਵਾਲੇ ਰਹਿੰਦੇ ਨੇ। ਅਸੀਂ ਤੇ ਪੱਕੇ ਮਕਾਨਾਂ ਦੇ ਵਿੱਚ ਇੰਨੇ ਪੱਥਰ ਵਰਗੇ ਹੋ ਗਏ ਹਾਂ, ਸਾਡੇ ਤੇ ਘਰ ਦੇ ਵਿੱਚ ਜੇ ਕਦੇ ਕੋਈ ਮਾੜਾ ਮੋਟਾ ਜਾਨਵਰ ਵੀ ਆ ਜਾਵੇ ਬਿਲਕੁਲ ਖਤਮ ਕਰ ਦਿੰਦੇ ਨੇ। ਜਾਣ ਬੁੱਝ ਕੇ ਕਿਸੇ ਜਾਨਵਰ ਦੀ ਜਾਨ ਨਹੀਂ ਲੈਣੀ। ਹੰਸ ਤੇ ਹੰਸਣੀ ਨੇ ਤੇਰੇ ਘਰੇ ਆਲ੍ਹਣਾ ਪਾਇਆ, ਉਹ ਆਪਣੇ ਬੱਚਿਆਂ ਨੂੰ ਜਨਮ ਦਿਆ ਕਰਨ, ਤੂੰ ਉਹਨਾਂ ਨੂੰ ਮਾਰ ਕੇ ਖਾ ਜਾ ਕਰੇ। ਉਹ ਫਿਰ ਜਨਮ ਦਿਆ ਕਰਨ, ਤੂੰ ਫਿਰ ਮਾਰ ਕੇ ਖਾ ਜਾ ਕਰੇ। ਉਹਨਾਂ ਦੇ 100 ਬੱਚੇ ਨੂੰ ਤੂੰ ਮਾਰ ਮਾਰ ਕੇ ਖਾਧਾ। ਇਸੇ ਲਈ ਜਦੋਂ ਉਹਨਾਂ ਦੇ ਇੰਨੇ ਬੱਚੇ ਮਾਰ ਕੇ ਖਾ ਗਿਆ ਤੇ ਬੁੱਢੇ ਹੋਏ ਹੰਸ ਤੇ ਹੰਸਣੀ ਨੇ ਤੈਨੂੰ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਤੂੰ ਸਾਨੂੰ ਸਾਡੇ ਬੱਚਿਆਂ ਦੇ ਨਾਲ ਮਿਲਣ ਨਹੀਂ ਨਾ ਦਿੱਤਾ, ਮਿਲਾਪ ਹੁੰਦਾ ਰਿਹਾ ਤੇ ਤੂੰ ਸਾਡੇ ਬੱਚਿਆਂ ਨੂੰ ਖਾਂਦਾ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਨਾਲ ਵੀ ਇੰਝ ਹੋਵੇਗਾ। ਉਸ ਜਨਮ ਦੇ ਵਿੱਚ ਕੀਤੇ ਹੋਏ ਗੁਨਾਹ ਅੱਜ ਤੇਰਾ 100 ਪੁੱਤਰ ਸੀ ਜਿਹੜਾ 100 ਦਾ 100 ਜੰਗ ਵਿੱਚ ਚੜ੍ਹਾਈ ਕਰ ਗਿਆ, ਅੱਜ ਤੂੰ ਇਕੱਲਾ ਜਾਂਦਾ ਬੈਠਾ। ਕੀਤੇ ਹੋਏ ਕਰਮ ਇਹ ਭੁਗਤੇ ਤੋਂ ਬਿਨਾਂ ਭਗਦੇ ਨਹੀਂ ਹੈ। ਕੀਏ ਬਿਨ ਲਾਗੇ ਨਹੀਂ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਨੇ। ਤਾਂ ਕੁਝ ਗੁਨਾਹ ਜਿਹੜੇ ਨੇ ਇਹ ਮਨੁੱਖ ਦੇ ਚਿੱਤ ਵਿੱਚ ਹੁੰਦੇ ਨੇ, ਉਹਦੇ ਯਾਦ ਹੁੰਦੇ ਨੇ। ਕੁਝ ਗੁਨਾਹ ਨੇ ਜਿਹੜੇ ਮਨੁੱਖ ਦੀ ਚੇਤੇ ਸ਼ਕਤੀ ਦੇ ਵਿੱਚ ਬਿਲਕੁਲ ਵੀ ਨਹੀਂ ਹੁੰਦੇ। ਕਰੇ ਨੇ, ਕਰ ਰਿਹਾ, ਕਰੇਗਾ, ਪਰ ਉਹਦੇ ਚੇਤੇ ਸ਼ਕਤੀ ਦੇ ਵਿੱਚ ਨਹੀਂ ਹੁੰਦੇ। ਤਾਂ ਜਦੋਂ ਦੇ ਚੇਤੇ ਸ਼ਕਤੀ ਦੇ ਵਿੱਚ ਨਹੀਂ ਹੁੰਦੇ, ਫਿਰ ਜਿਹੜੇ ਗੁਰਸਿੱਖ ਰੱਬ ਦੇ ਪਿਆਰੇ ਨੇ ਨਾ, ਉਹ ਤੇ ਭਗਵਾਨ ਨੂੰ ਹੱਥ ਜੋੜ ਕੇ ਇੰਝ ਹੀ ਕਹਿੰਦੇ ਨੇ ਕਿ ਐ ਮੇਰੇ ਪਰਮਾਤਮਾ, ਇਹ ਸਾਰੀ ਦੀ ਸਾਰੀ ਜ਼ਿੰਦਗੀ ਗੁਨਾਹਾਂ ਦੇ ਨਾਲ ਹੀ ਭਰੀ ਹੈ। ਸਾਰੀ ਜ਼ਿੰਦਗੀ ਜੇਤਾ ਸਮੁੰਦ ਸਾਗਰ ਨੀਰ ਭਰਿਆ,
तेते अवगुण हमारे, दया करहो किश मेहर उपाहो, डुबदे पत्थर तारे। जिन्ना सागर दे विच जिवें सागर पानी दे नाल भरिया होया है, ऐ मेरे परमात्मा मेरे ते जिंदगी दे विच इन्ने गुनाह ने जिन्ना उहदे च नीर भरिया होया है, पानी भरिया। इन्ने मेरे विच अवगुण ने, ये हिसाब ला लो कि तकरीबन अवगुण ही अवगुण ने। बहुतियां जिंदगियां हुंदियां ने इहो जिहियां जिन्हां दे विच केवल ते केवल अवगुण ही अवगुण रह जांदे ने, जिंदगी बिल्कुल खत्म हो जाती है, जिंदा लाश तुरे फिरदे ने, केवल कल्ले अवगुण ही अवगुण। ते गुरु साहिब जी महाराज कहते जदों मनुख ये फरियाद करदा ना भी कुछ तो मेरे चित्त विच हैगे ने परमात्मा मैं जिहड़े कीते ने, कुछ मेरे चित्त दे विच नहीं है मैं जिन्ने अवगुण कीते ने, तो ऐ मेरे परमात्मा मैं तुहाडी सतसंगत इस वास्ते करदा कि जिन्ने मेरे गुनाह चित्त विच ने जां चेते शक्ति विच मेरे नहीं है, वो सारे दे सारे गुनाहां दा पश्चाताप मैं आप जी दे चरनां विच करदा। इत्थों हुंदा है मनुखता दा जीवना आरंभ। आरंभता जिहड़ी जिंदगी दी, मनुखता दी जिंदगी दी आरंभता जिहड़ी इत्थों आरंभ हुंदी है कि परमात्मा सतसंगत करदे इस वास्ते कि बख्श दें, ते सतसंगत दे विच बख्शिया होया मनुख जिहड़ा है ये साधुआं दे चरनां दे नाल अकाल पुरख दे नाम दे नाल जिहड़ा जुड़ जांदा है, उन्हां नूं ते फिर गुरु साहिब जी महाराजियां दे भी बचन हन अते भाई गुरदास ने भी बचन कीते ने। जिहड़ा कोई साधु महात्मा दे पूर्ण महात्मा जियां दे चरनां दे नाल जुड़ बैठदा है, वो पूर्ण महात्मा दे नाल जुड़ बैठना। भाई गुरदास जियां ने एक वचन किया है, कहते जिहड़ी गंगा नदी है ना, गंगा नदी चरण बैकुंठ होए तिस बैकुंठ विच आई। बर्मा जियां ने कर मंडल लैता, विष्णु दे चरण धोण वास्ते जल लैता उहदे विच, ते चरण धोण वास्ते बर्मा जी चले गए विष्णु दे। जदों चरण धोण वास्ते गए ते भगवान शिव जी जियां नूं भी पता लग गया, ते उन्हां ने की कीता, वो कहंदे जिहड़े जल दे नाल चरण धोणे ने, ये जल इन्ना पवित्र है कि धरती ते डिगना नहीं चाहिए, डिगना नहीं चाहिए। ते भगवान शिव जी ने जिथे विष्णु दे चरण सी, उन्होंने गुप्त रूप दे विच अपना विष्णु दे चरनां दे थल्ले अपना सिर कर लिया। मैं भाई गुरदास जियां दी वार है जिहड़ी वो आप जियां दे सामने रख लिया। चरण बैकुंठ होए सो कीरत बैकुंठ विच आई। गंगा किवें इस धरती ते आई है। ते जदों बर्मा जियां ने विष्णु दे चरण धोआए ते वो जिहड़ा जल थल्ले डोलन लग्या वो पै गया भगवान शिव जी जियां दे सिर दे विच। ते उथों सी जिहड़ी बैकुंठ विच आई, इस धरती ते गंगा आई। देवी देव सरेवरड़े, भाई गुरदास जी कहते हैं लोक करन बड़ी वडियाई। भाई गुरदास जी ये तिन्ने लोकां दे विच, देवी देवतियां दे विच अते राक्षसां दे विच
ਇਹ ਸਭ ਦੇ ਵਿੱਚ ਇਹ ਪ੍ਰਵਾਨ ਮੰਨੀ ਗਈ ਹੈ ਗੰਗਾ, ਕਿਉਂਕਿ ਤਕਰੀਬਨ 999 ਨਦੀਆਂ ਵਹਿੰਦੀਆਂ ਨੇ। 999 ਨਦੀ 68 ਅੰਕ ਸਮਾਈ। ਇਹ 999 ਨਦੀਆਂ ਉਹ ਨੇ ਜਿਹੜੀਆਂ ਇਹ ਤੀਰਥਾਂ ਦਾ ਮਿਲਾਪ ਕਰਾਉਂਦੀਆਂ ਨੇ। ਵੈਸੇ ਤਾਂ ਨਦੀਆਂ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਨੇ, ਪਰ ਇਹ ਉਹਨਾਂ ਦੀ ਗਿਣਤੀ ਕੀਤੀ ਹੋਈ ਹੈ ਜਿਹੜੀਆਂ ਨਦੀਆਂ ਤੀਰਥਾਂ ਨੂੰ ਇੱਕ ਦੂਜੇ ਦੇ ਨਾਲ ਮਿਲਾਉਂਦੀਆਂ ਨੇ। ਪੁਰਾਣੇ ਜ਼ਮਾਨਿਆਂ 'ਚ ਕੀ ਹੁੰਦਾ ਸੀ ਕਿ ਨਦੀ ਦੇ ਹਿਸਾਬ ਦੇ ਨਾਲ ਹੀ ਤੀਰਥਾਂ 'ਤੇ ਜਾਇਆ ਜਾਂਦਾ ਹੁੰਦਾ ਸੀ। ਉਦੋਂ ਕਿਹੜੇ ਸੜਕਾਂ ਹੁੰਦੀਆਂ ਸੀ, ਅਤੇ ਜਿਹੜੀਆਂ ਨਦੀਆਂ ਇੱਕ ਤੀਰਥ ਤੋਂ ਦੂਜੇ ਤੀਰਥ ਨੂੰ ਮਿਲਾਉਂਦੀਆਂ ਸੀ ਮਨੁੱਖਤਾ ਨੂੰ, ਉਹਨਾਂ ਨਦੀਆਂ ਦੀ ਗਿਣਤੀ 999 ਹੈ। ਵੈਸੇ ਤੀਰਥਾਂ ਦੀ ਨਦੀਆਂ ਦੀ ਜਿਹੜੀ ਗਿਣਤੀ ਹੈ ਲੱਖਾਂ ਦੇ ਵਿੱਚ ਹੈ। 999 69 ਅੰਕ ਸਮਾਈ, 68 ਤੀਰਥ ਅੰਕ ਸਮਾਈ। ਇਹ ਉਹਨਾਂ ਨਦੀਆਂ ਦੇ ਵਿੱਚੋਂ ਇੱਕ ਪਵਿੱਤਰ ਗੰਗਾ ਹੈ, ਜਿਹਨੂੰ ਸਾਰੀਆਂ ਦੇ ਵਿੱਚੋਂ ਪਵਿੱਤਰ ਮੰਨਿਆ ਗਿਆ ਹੈ। ਬਰਮਾ ਜੀਆਂ ਦੇ ਹੱਥਾਂ ਦਾ ਜਲ, ਵਿਸ਼ਨੂੰ ਦੇ ਚਰਨਾਂ ਦਾ ਜਲ, ਭਗਵਾਨ ਸ਼ਿਵ ਜੀ ਜੀਆਂ ਦੇ ਸਿਰ ਦਾ ਜਲ ਇਸ ਧਰਤੀ 'ਤੇ ਆਇਆ। ਗੰਗਾ ਨੂੰ ਸਭ ਨੇ ਪਵਿੱਤਰ ਮੰਨਿਆ। ਤਜ ਬੈਕੁੰਠ ਜਗਤ ਵਿੱਚ ਆਈ। ਭਾਈ ਗੁਰਦਾਸ ਜੀ ਇਸ ਗੱਲ ਦਾ ਹਵਾਲਾ ਦਿੰਦੇ ਨੇ ਬਕਾਇਦਾ। ਵੈਸੇ ਤਾਂ ਸਮਾਂ ਜਿਹੜਾ ਹੈਗਾ ਇਹ ਦੌਰ ਇਹੋ ਜਿਹਾ ਚੱਲ ਰਿਹਾ ਹੈ ਕਿ ਹਰ ਕੋਈ ਇਤਿਹਾਸ ਜਿਹੜਾ ਹੈ ਇਹਨੂੰ ਬੜਾ ਤੋੜਿਆ ਅਤੇ ਮਰੋੜਿਆ ਗਿਆ ਹੈ। ਹਰ ਇੱਕ ਗੱਲ ਸੁਣਾਈ ਵੀ ਨਹੀਂ ਜਾ ਸਕਦੀ, ਕਿਉਂਕਿ ਪਤਾ ਨਹੀਂ ਹੁੰਦਾ ਕਿ ਕਿੱਡੇ ਕੁ ਜਿਹੜੇ ਬ੍ਰਹਮ ਗਿਆਨੀ ਨੇ ਉਹ ਕੀ ਬੋਲਦੇ ਨੇ, ਅਗਾਹਾਂ ਤੋਂ ਕੀ ਬੋਲਦੇ ਨੇ। ਵਰਨਾ ਕੋਈ 10ਵੇਂ ਗ੍ਰੰਥ ਪੜ੍ਹੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ, ਭਾਈ ਗੁਰਦਾਸ ਜੀਆਂ ਦੀਆਂ ਵਾਰਾਂ, ਜਿੰਨਾ ਕੁਝ ਸ੍ਰਿਸ਼ਟੀ ਦੇ ਵਿੱਚ ਪੈਦਾ ਹੋਇਆ ਹੈ, ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਦੀ ਇਕੱਲੀ ਇਕੱਲੀ ਚੀਜ਼ ਦਾ ਹਵਾਲਾ ਇਹਨਾਂ ਗ੍ਰੰਥਾਂ ਦੇ ਵਿੱਚੋਂ ਸਾਨੂੰ ਮਿਲਦਾ ਹੈ। ਪਰ ਜਿੱਥੇ ਜਾ ਕੇ ਸਾਨੂੰ ਸਹੀ ਮਾਰਗ ਦੱਸਿਆ ਮਹਾਰਾਜ ਜੀ ਨੇ, ਸਹੀ ਮਾਰਗ, ਅਸੀਂ ਇਸ ਵਿਸ਼ੇ 'ਤੇ ਹੀ ਗੱਲ ਕਰਦੇ ਹਾਂ। ਸਹੀ ਮਾਰਗ ਫਿਰ ਅਗਾਹਾਂ ਜਾ ਕੇ ਕਹਿੰਦੇ ਇਹ ਗੰਗਾ ਸੀ ਜਿਹੜੀ ਧਰਤੀ 'ਤੇ ਆਈ। ਉਸ ਤੋਂ ਬਾਅਦ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਧੂ ਧੂੜ ਨਾ ਪੂਜਨੀ, ਸਤ ਸੰਗ ਸੱਚੀ ਵਡਿਆਈ। ਬਰਮਾ ਜੀਆਂ ਦੇ ਹੱਥ ਦਾ ਜਲ, ਵਿਸ਼ਨੂੰ ਦੇ ਚਰਨਾਂ ਦਾ ਜਲ, ਸ਼ਿਵ ਜੀ ਦੇ ਸਿਰ ਦਾ ਜਲ, ਇਸ ਧਰਤੀ 'ਤੇ ਗੰਗਾ ਆਈ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਰ ਇਸ ਗੰਗਾ ਦੇ ਵਿੱਚ ਇੰਨੀ ਪਵਿੱਤਰਤਾ ਨਹੀਂ ਜਿੰਨੀ ਪਵਿੱਤਰਤਾ ਸਾਧੂ ਦੇ ਚਰਨਾਂ ਦੇ ਥੱਲੇ ਪਈ ਹੋਈ ਧੂੜੀ ਦੇ ਵਿੱਚ ਹੈ। ਸਾਧੂ ਧੂੜ ਨਾ ਪੂਜਨੀ। ਪੂਰਨ ਮਹਾਤਮਾ ਜਿਹੜੇ ਸਾਧੂ ਦੀ ਗੱਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਕਿਹਾ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਖੈਨੈ। ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। साध की शोभा का नाही अंत, साध की शोभा सदा बेअंत। गुरु अर्जन देव साहब महाराज ने सुखमनी साहब के अंदर बड़ा सुचज्जे ढंग के नाल हवाला दिता है। कहते ये गंगा की सारी दियाँ सारियां नदियां दे विच इन्नी पवित्रता है नहीं जिन्ने साधु के चरना थले पई हुई धूड़ी दे विच पवित्रता है।
ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਉਹਨਾਂ ਦੀ ਪਵਿੱਤਰਤਾ ਧੂੜੀ ਚੁੱਕ ਕੇ ਆਪਣੇ ਮਸਤਕ ਦੇ ਨਾਲ ਜੇ ਲਾਵੇਂਗਾ, ਇਹ ਤੇਰੀਆਂ ਸਾਰੀ ਦੀਆਂ ਸਾਰੀਆਂ ਤਕਦੀਰਾਂ ਬਦਲ ਜਾਣੀਆਂ ਨੇ। ਕੋਈ ਸ਼ਬਦ ਅਭਿਆਸ ਕਰਨ ਵਾਲਾ ਪੂਰਨ ਮਹਾਤਮਾ ਤੈਨੂੰ ਮਿਲ ਜਾਵੇ, ਉਹਨਾਂ ਨੇ ਤੇਰੀ ਜ਼ਿੰਦਗੀ ਦੀਆਂ ਇਹ ਸਾਰੇ ਦੇ ਸਾਰੇ ਜਿਹੜੇ ਗੁਨਾਹ ਨੇ ਉਹ ਸਾਰੇ ਦੇ ਸਾਰੇ ਮਾਫ ਕਰ ਦੇਣੇ ਨੇ। ਗੁਰੂ ਬਾਣੀ ਕਹਿੰਦੀ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਉਹ ਸਾਧੂ ਜਨਮ ਮਰਨ ਦੋਹੋਂ ਮਹਿ ਨਾਹੀ, ਜਨ ਪਰਉਪਕਾਰੀ ਆਏ। ਉਹ ਜੰਮਣ ਅਤੇ ਮਰਨ ਦੋਨਾਂ ਤੋਂ ਰਹਿਤ ਹੁੰਦੇ ਨੇ, ਦੋਨਾਂ ਤੋਂ ਰਹਿਤ। ਤੇ ਆਉਂਦੇ ਕਿਸ ਵਾਸਤੇ ਨੇ? ਨਾ ਉਹ ਜੰਮਣ ਦੇ ਵਿੱਚ ਆਉਂਦੇ ਨੇ, ਨਾ ਮਰਨ ਦੇ ਵਿੱਚ ਆਉਂਦੇ ਨੇ। ਫਿਰ ਆਉਂਦੇ ਕੀ ਕਰਨ ਵਾਸਤੇ ਨੇ? ਜਨ ਪਰਉਪਕਾਰੀ ਆਏ। ਕੇਵਲ ਤੇ ਕੇਵਲ ਕੱਲਾ ਪਰਉਪਕਾਰ ਕਰਨ ਵਾਸਤੇ ਉਹ ਇਸ ਜਗਤ ਦੇ ਵਿੱਚ ਆਉਂਦੇ ਨੇ। ਪਰਉਪਕਾਰੀ ਗੁਰ ਹੈ ਪਿਆਰਾ। ਪਰਉਪਕਾਰੀ ਕਿਸ ਨੂੰ ਕਹਿੰਦੇ ਨੇ? ਉਕਾਰ, ਮਕਾਰ, ਉਪਕਾਰ ਤੇ ਪਰਉਪਕਾਰ। ਉਕਾਰ ਭਾਵ ਆਪਣੇ ਘਰ ਦੀ ਚਾਰ ਦੀਵਾਰੀ ਦੇ ਅੰਦਰ ਕੁਟੁੰਬ ਦੀ ਚੰਗੀ ਤਰ੍ਹਾਂ ਪਾਲਣ ਪੋਸ਼ਣਾ ਕਰਨੀ, ਕਿਸੇ ਦੇ ਨਾਲ ਧੋਖਾ ਧੜੀ ਨਹੀਂ ਕਰਨੀ, ਉਹਨੂੰ ਉਕਾਰੀ ਕਹਿੰਦੇ ਨੇ। ਮਕਾਰ ਆਪਣੇ ਨਗਰ ਖੇੜੇ ਦੇ ਵਿੱਚ ਚੰਗੇ ਸੁਚੱਜੇ ਢੰਗ ਦੇ ਨਾਲ ਕੰਮ ਕਰਨੇ, ਕਿਸੇ ਵੀ ਬੰਦੇ ਦੇ ਨਾਲ ਧੋਖਾ ਧੜੀ ਨਾ ਕਰਨੀ, ਬੇਈਮਾਨੀ ਠੱਗੀ ਚੋਰੀ ਨਾ ਕਰਨੀ, ਇਹਨੂੰ ਮਕਾਰ ਕਹਿੰਦੇ ਨੇ। ਤੀਜਾ ਹੈ ਉਪਕਾਰ। ਉਪਕਾਰੀ ਮਨੁੱਖ ਉਹਨੂੰ ਕਹਿੰਦੇ ਨੇ ਜਿਹੜਾ ਮਨੁੱਖ ਆਪਣੇ ਘਰ ਨੂੰ ਵੀ ਸਵਾਰੇ, ਆਪਣੇ ਨਗਰ ਖੇੜੇ ਨੂੰ ਵੀ ਸਵਾਰੇ ਅਤੇ ਆਪਣੇ ਸਾਰੇ ਦੇ ਸਾਰੇ ਇਲਾਕੇ ਨੂੰ ਵੀ ਸਵਾਰੇ, ਉਹਨੂੰ ਉਪਕਾਰੀ ਕਹਿੰਦੇ ਨੇ। ਉਪਕਾਰੀ ਤੇ ਉਪਕਾਰ ਤੋਂ ਬਾਅਦ ਹੈ ਪਰਉਪਕਾਰ। ਪਰਉਪਕਾਰੀ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਘਰ ਨੂੰ ਛੱਡ ਕੇ, ਆਪਣੇ ਨਗਰ ਨੂੰ ਛੱਡ ਕੇ, ਆਪਣੇ ਇਲਾਕੇ ਨੂੰ ਛੱਡ ਕੇ, ਜਿੱਥੇ ਕੋਈ ਜਾਣ ਪਹਿਚਾਣ ਨਹੀਂ ਹੈ, ਬਿਲਕੁਲ ਵੀ ਕਿਸੇ ਨੂੰ ਜਾਣਦਾ ਨਹੀਂ ਹੈ, ਉੱਥੇ ਜਾ ਕੇ ਜਿਹੜਾ ਚੰਗੇ ਕੰਮ ਕਰਦਾ ਉਹਨੂੰ ਪਰਉਪਕਾਰੀ ਕਹਿੰਦੇ ਨੇ। ਪਰਉਪਕਾਰੀ ਗੁਰ ਹੈ ਪਿਆਰਾ। ਤੇ ਇਹੋ ਜਿਹੀਆਂ ਪਰਉਪਕਾਰ ਕਰਨੀਆਂ ਵਾਲੀਆਂ ਰੂਹਾਂ ਰੱਬ ਨੂੰ ਪਿਆਰੀਆਂ ਲੱਗਦੀਆਂ ਨੇ। ਗੱਲ ਗੁਰਬਾਣੀ ਕਹਿੰਦੀ ਹੈ, ਕੋਈ ਮਨੁੱਖ ਨਹੀਂ ਕਹਿ ਰਿਹਾ। ਰੱਬ ਨੂੰ ਤੇ ਉਹੀ ਚੰਗਾ ਲੱਗਦਾ ਜਿਹੜਾ ਪਰਉਪਕਾਰ ਕਰੇ। ਤੇ ਪਰਉਪਕਾਰ ਉਸ ਨੂੰ ਕਹਿੰਦੇ ਨੇ ਜਿਹਨੂੰ ਅਸੀਂ ਜਾਣਦੇ ਨਹੀਂ ਹੈ, ਉਹਦਾ ਵੀ ਭਲਾ ਕਰ ਦੇਣਾ। ਤੇ ਸਾਧੂ ਦੇ ਚਰਨਾਂ ਦੇ ਵਿੱਚ ਤੇ ਕੋਈ ਵੀ ਚਲਿਆ ਜਾਵੇ, ਸਭ ਦਾ ਹੀ ਭਲਾ ਕਰਦੇ ਨੇ। ਮਨੁੱਖ ਤੇ ਕਹਿ ਦਿੰਦਾ ਹੈ ਕਿ ਮੈਂ ਤੇ ਬੜਾ ਪਰਉਪਕਾਰ ਕੀਤਾ ਸੀ, ਪਰ ਤੂੰ ਪਰਉਪਕਾਰ ਤੇ ਕੀਤਾ ਸੀ ਤਾਂ ਆਪਣੀ ਜਾਣ ਪਹਿਚਾਣ ਵਾਲਿਆਂ ਤੇ ਕੀਤਾ ਸੀ। ਪਰਉਪਕਾਰ ਤੇ ਉਸ ਨੂੰ ਕਹਿੰਦੇ ਨੇ ਜਿਹਨੂੰ ਅਸੀਂ ਜਾਣਦੇ ਨਹੀਂ, ਜਿਹੜੇ ਇਲਾਕੇ ਨੂੰ ਜਾਣਦੇ ਨਹੀਂ ਹੈ। ਪ੍ਰਭੂ ਪੂਜੈ ਸਭ ਨਗਰ, ਹਰ ਇੱਕ ਜਗ੍ਹਾ ਤੇ ਸਾਧੂ ਮਹਾਤਮਾ ਨੂੰ ਪੂਜਿਆ ਜਾਂਦਾ ਹੈ। ਜਿਹਦੇ ਨਾਲ ਕੋਈ ਜਾਣ ਪਹਿਚਾਣ ਨਹੀਂ, ਕੋਈ ਲੈਣਾ ਦੇਣਾ ਨਹੀਂ, ਕੁਛ ਵੀ ਨਹੀਂ ਹੈ, ਉਹ ਤੇ ਵੀ ਪਰਉਪਕਾਰ ਕਰਨਾ, ਉਹਨੂੰ ਪਰਉਪਕਾਰੀ ਕਹਿੰਦੇ ਨੇ। ਤੇ ਉਹ ਪਰਉਪਕਾਰੀ ਰੱਬ ਨੂੰ, ਪਰਮਾਤਮਾ ਨੂੰ ਪਿਆਰੇ ਲੱਗਦੇ ਨੇ। ਤੇ ਉਹ ਪਰਉਪਕਾਰ ਕਰਦੇ ਕੌਣ ਨੇ? ਜਿਹੜੇ ਜਨਮ ਅਤੇ ਮਰਨ ਇਹਨਾਂ ਦੋਨਾਂ ਤੋਂ ਰਹਿਤ ਹੋਣਗੇ। ਜਨਮ ਮਰਨ ਦਾਹੋਂ ਮਹਿ ਨਾਹੀ, ਜਨ ਪਰਉਪਕਾਰੀ ਆਏ। ਫਿਰ ਉਹਨਾਂ ਦੀ ਨਿਸ਼ਾਨੀ ਹੋਊਗੀ ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਉਹ ਫਿਰ ਕੱਲੇ ਕੱਲੇ ਜੀ ਨੂੰ, ਕੱਲੇ ਕੱਲੇ ਜੀਵ ਨੂੰ ਇਹ ਗੱਲ ਕਹਿੰਦੇ ਨੇ ਕਿ ਭਾਈ ਤੁਸੀਂ ਭਗਤੀ ਦੇ ਵਿੱਚ ਲੱਗ ਜਾਓ, ਭਾਈ ਤੁਸੀਂ ਭਗਤੀ ਦੇ ਵਿੱਚ ਲੱਗ ਜਾਓ। ਜੀ ਦਾਨ ਦੇ ਭਗਤੀ ਲਾਇਨ, ਆਪਣੇ ਕੋਲੋਂ ਕੁਛ ਨਾ ਕੁਛ ਦਾਨ ਦੇ ਕੇ ਉਹਨਾਂ ਨੂੰ ਭਗਤੀ ਦੇ ਵੱਲ ਲਾਉਣਾ, ਆਪਣੇ ਵੱਲੋਂ ਕੁਛ ਦਾਨ।
क्योंकि बहुत सारिया चीज़ां ने जिहड़ियां ये दान दे विच कल्ला धन ही नहीं आउंदा भी असीं धन देता ते दान करता, बड़ा कुछ दान दे विच आउंदा है। अनाज ये सारे दे सारे दान विच आउंदे ने। वस्त्र दान दे विच आ गए, किसी ने घर मकान जमीन जायदाद घर बार गड्डी मोटर जो कुछ है दान कर दिता। उत्थे गुरु साहिब जी महाराज कहते परोपकारी साधु की ये निशानी है, जी दान दे भगती लायन। उन्होंने परमात्मा दे घर दे विचों नाम लिया के ते अपने कोल रख के अपने कोलों परमात्मा का नाम उन्होंने दे दिंदे ने, वो ये दान दे विच दिंदे ने। दुनिया किसी गल का होर दान करती है, तत्व वेते साधु महात्मा किसी वस्तु का होर दान करते हैं। जी दान दे भगती लायन, जी नूं दान भगती दे विच ला के हर स्यों लैण मिलाए रब दे नाल उन्हां दा सीधा मिलाप करा दिंदे ने। गुरु साहिब जी महाराज कहते अगर भाई जे तू सीधा ही परमात्मा दे नाल मिलना चाहुंदा है, साधु धूड़ लाई मुख मस्तक। ये रब दे प्यारे ऐसे ने जिन्हों परमात्मा समाज दे विच खुद भेजदा है कि तुसी परमात्मा दे लड़ लाओ इन्हों जाके। ऐसे रब दे प्यारे ने। गुरु अर्जन देव साहिब जी महाराज जी ने बड़ी वड्डी महिमा साधुआं दी कीती है, ते भाई गुरदास जी हवाला दिंदे ने। इन्हां सारियां नदियां दे विचों एक भी नदी ऐसी नहीं है जिहड़ी नदी साधु दे चरनां थले पई हुई धूड़ तो पवित्र होवे। बड़ी पवित्र है ते मस्तक दे नाल लाई। ते गुरु साहिब जी महाराज कहंदे वो रब दे नाल जोड़ दिंदे ने, वो गुरमुख जनां नूं सतसंगी बना दिंदे ने। ते जदों आउंदा है मनुख सत संगत दे विच, संगत दे विच, उदों मनुख दे जिहड़े चित्त विच ने पहले ते पश्चाताप उन्हां दा लगदा कि किन्ने कुछ गुनाह कीते ने। जिहड़े गुरु साहिब जी महाराज कहंदे ने मन जानै सब बात जानत ही अवगण करै। जिहड़े जान बुझ के अवगण कीते हुए ने पहलां तां ओह चेते आउंदे ने। दूजी गल, जिहड़े तूं गुनाह ते कीते ने पर तैनूं हजे तक ओह तेरे चित्त दे विच ही नहीं है, कीते ने, फिर तैनूं ओह जिहड़े गुनाह ने फिर ओह चेता आउण लग जांदे ने। ते जदों कीते होए भी चेता आउण ते जिहड़े नहीं कीते ओह भी चित्त दे आउण, ते मनुख की कहंदा फिर अक्सर कह उठदा परमात्मा इन्ना तां सागर दे विच नीर नहीं होना जिन्ने इस जिंदगी दे विच गुनाह ने, गुनाहां दे नाल भरी, गुनाहां दे नाल जिंदगी भरी हुई है। तो फिर ये ना जे गुनाह चेते आ गए तो फिर परमात्मा कहते ने जदों तैनूं पश्चाताप लग गया ना, फिर इन्हां गुनाहां दा तेरियां दा तैथों छुटकारा तैनूं मिल जाना है। पश्चाताप लग्या, पछताउणा, गलती कर लैनी उस तो बाद पछताउणा। कानून समाज विच कानून बने, जदों कोई मनुख पहली बारी चोरी करदा ना, जज उसनूं बहुत घट सज़ा करदा है, बहुत घट, ये चल समझ जाएगा। जदों वह जेल दे विच रहिंदा है फिर उहदा करैक्टर देखदा जज, जेलर, कि जेल दे विच तां नहीं कोई पुट्ठा काम करदा। जे वह जेल दे विच भी कोई पुट्ठा काम ना करे फिर जिन्नी जज ने सज़ा दित्ती हुंदी है उही जज उहदी अद्धी सज़ा माफ़ कर दिंदा है, अद्धी सज़ा दी माफ़ कर दिंदा है। फिर की करदे ने, फिर भी जे वो जेल दे विच कोई माड़ा कर्म ना करे फिर वो अद्धी सज़ा दे विचों भी अद्ध ते जाके उहनूं पैरोल ते छड्ड दिंदे ने कि तू अपने घरे चले जा बच्चों दे कोल। फिर जब वो घरे आ जाता है फिर भी कानून उहनूं देखदा है कि घर जाके एक दुबारे तो नहीं कर्म करता कोई, फिर उहनूं दुबारे फिर जज बुलाउंदा है। जदों उहदी कोई दुबारे शिकायत ना जावे तो फिर जज जिहड़ा है उहदी सज़ा माफ़ कर दिंदा है, उहनूं सज़ा दिंदा भी है, कानून उहदी सज़ा माफ़ भी करदा है ताकि तू अगाहां तो कोई गुनाह ना करी।
यही कारण है ना, यही कुछ सब कानून दे विच। पर जे वारी वारी करता ही रहे, 5-7 वारी चोरियां करता ही रहा, फिर जज नूं भी पता लग जाता भी चोरी तो बिना कुछ नहीं करता, बेहतर यही है सारी जिंदगी जेल दे विच ही सुट दे। उहदी वारी वारी जिहड़ा है उहनूं माफ़ किया जाता है। परमात्मा जिहड़े ने जदों मनुख इत्थे आके रुक जाता है कि परमात्मा बहुत वड्डे वड्डे गुनाह ने, पश्चाताप, बस इत्थों ही गुरु नानक दा घर जिहड़ा है मनुख वास्ते रस्ते सारे खुल जाते हैं। पर मनुख तो फिर भी कहता है कि यह परमात्मा मैं तो इन्ना टाइम हो गया तेरी बाणी पढ़दे नूं, सतसंगत करदे नूं, ये बड़ा कुछ। गुरु साहिब जी महाराज कहते नहीं, ये सतसंगत इस वास्ते करदा है जेड़े तेरे चित्त विच नहीं है वो भी तेरे चेते विच आ जान, ते जेड़े तू तेरे चेते विच ने वो भी तू वारी वारी पश्चाताप करता रवें। गुनाह जिस दिन चेते आ गए, इत्थों ही रास्ता गुरु नानक दा तेरे वास्ते खुल जाना। तो गुरु साहिब जी महाराज कहते ने परमात्मा दे अगे अरदासां बेनतियां करया कर कि परमात्मा जिन्ने जिंदगी दे गुनाह ने ये सारे दे सारे मेरे माफ़ कर दे, अगाहां वास्ते मैनू समर्थ बख्श दे, अगाहां वास्ते मैं वैसी जिंदगी बतीत करांगा जैसी आप जी मैनू हुक्म करोगे। ते हुक्म दे अंदर जिहड़ी सारी दी सारी सृष्टि है वो बझी हुई है। गुरु साहिब जी महाराज जी कृपा करते हैं, हुक्म है अंदर सब को, बाहर हुक्म ना कोई, नानक हुक्म है जे बुझै, ता हौमै कह ना कोई। जपजी साहिब की एक पंक्ति पढ़ के ना सार लिया करो भी महाराज कहते जी तो सारा कुछ हुक्म के अंदर हो ही जाता है। बड़े बड़े गुनाह करके कहेंगे जी हुक्म के अंदर हो ही जाता है। हुक्म है अंदर सब को, बाहर हुक्म ना कोई, ये तो गल पक्की है। पर अगाहां वाली भी पंक्ति सानू नाल पढ़न वास्ते कहा है बाबे नानक ने, नानक हुक्म है जे बूझै, ता हौमै कह ना कोई। सब तो वड्डा रोग है मनुख नूं हौमे दा। ते जे तू ये बुझ लिया ना कि सारा कुछ ये परमात्मा के हुक्म के अंदर ही हो रहा है, तो फिर गुरु साहिब जी महाराज कहते ये भी बुझ, नानक हुक्म है जे बुझै तां हौमै कह ना कोई। आ जिंदगी जिहड़ी तेरी है ये पवित्रता दे विच आ जानी है जे कदे तू परमात्मा नूं ये कह देवें कि परमात्मा सब कुछ तेरे हुक्म के अंदर हो रहा है। पर बंदा कहता नहीं, मनुख कहता है कि ते सारा कुछ मैं ही कर रहा, मैं कीता, मैं कर रहा, ते मैं आने वाले समय दे विच करांगा। आ जिहड़ा मैं है ना, ये सारी जिंदगी बंदे नूं मैं करदा शमशान घाट तक पहुँच जाता, यदि मैं नहीं खत्म होंदी, बंदा खत्म हो जाता है। गुरु साहिब जी गुरु नानक महाराज कोई जपजी साहिब का जिहड़ा असीं कलाम पढ़ते सुनते हैं, ये कोई ऐ नहीं है भी इनू पढ़ लो तो बस पढ़ी जाओ, ठीक है। पर इहदे विच बहुत वड्डे तो वड्डा ज्ञान छुपिया होया है। ज्ञानियां ने जपजी साहिब दे इदों पहला हज़ारां टीके करते। एक ज्ञानी का टीका दूजे नाल नहीं रलदा, दूजे का तीजे नाल नहीं रलदा, तीजे या चौथे नाल नहीं रलदा, वक्खो वक्खरे टीके किए हुए ने अर्थ। ते ये सारे ही ज्ञानियां दे जिहड़े अर्थ ने टीकाकरण दे, वो सारे दे सारे सही ने। किवें सही ने? क्योंकि जपजी साहिब की एक पंक्ति दे हज़ारां करोड़ां अरबां खरबां अर्थ निकलते हैं। कोई एक अर्थ निकलते हैं गुरबाणी के शब्दों के, हज़ारां ही अर्थ निकलते हैं। तो गुरु साहिब जी महाराज कहते हैं कि जिस दिन तो हुक्म बज लिया ना कि परमात्मा के हुक्म अंदर सारा कुछ हो रहा है, उस दिन ते महाराज कहते उदा ही तेरा पक्की निशानी तेरी जिंदगी ते लग जू, तो हौमै कह ना कोई। फिर तू ये नहीं कहेगा भी परमात्मा आ मैं कीता, आ मैं करया, आ मैं कर दिया, ये नहीं तू कहेगा। जिस दिन परमात्मा का हुक्म तेरे ते लागू होया, जिस दिन तू परमात्मा का हुक्म मन के अपनी जिंदगी जिहड़ी है वह बतीत करनी सीखिया, तो परमात्मा की सतसंगत करते हैं। परमात्मा जो साडे चित्त विच ने गुनाह वह भी माफ़ होवन, अते जो साडे चित्त दे विच नहीं है तुसी आप जी कृपा करियो, वो भी सानू माफ़ी बख्शियो। गुरु साहिब जी कृपा करन। भुल्लां चुक्कां दी खिमा आईयां संगतां दा धन्नवाद। प्रेम दे नाल सारी संगत बुलाए फतेह। वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ।